दैनिक सवेरा टीवी देख रहे ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ। ਗੱਲ ਅਸੀਂ ਕਰਾਂਗੇ ਪੰਜਾਬ ਦੇ ਸਿਆਸੀ ਮਾਹੌਲ ਦੀ, ਕਿਉਂਕਿ ਪੰਜਾਬ ਵਿੱਚ ਚੋਣ ਜਾਬਤਾ ਲੱਗਣ ਵਾਲਾ ਹੈ, ਜਿਸ ਕਾਰਨ ਸਾਰਿਆਂ ਦੀਆਂ ਨਿਗਾਹਾਂ ਪੰਜਾਬ ਦੀ ਸਿਆਸਤ ਉੱਤੇ ਟਿਕੀਆਂ ਹੋਈਆਂ ਨੇ। ਕਿਉਂਕਿ ਕਿਸਾਨਾਂ ਨੇ ਸਿਆਸਤ ਵਿੱਚ ਨਵੀਂ ਐਂਟਰੀ ਮਾਰੀ ਹੈ। ਇਹਦੇ ਬਾਰੇ ਵੀ ਚਰਚਾ ਹੋਣ ਲੱਗ ਪਈ ਹੈ ਕਿ ਕਿਸਾਨਾਂ ਦੀ ਵੋਟ ਦਾ ਕਿਹੜੀ ਸਿਆਸੀ ਧਿਰ ਨੂੰ ਨੁਕਸਾਨ ਹੋਏਗਾ। ਸਾਰੇ ਕਾਸਤੇ ਗੱਲ ਕਰਾਂਗੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ, ਜੋ ਪੰਜਾਬ ਦੀ ਸਿਆਸਤ ਉੱਤੇ ਤੇਜ਼ ਤਰਾਰ ਨਿਗਾਹ ਰੱਖਦੇ ਨੇ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ, ਦੈਨਿਕ ਸਵੇਰਾ ਦਾ ਔਰ ਤੁਹਾਡੇ ਸਰੋਤਿਆਂ ਦਾ। ਡਾਕਟਰ ਸਾਹਿਬ, ਕੀ ਲੱਗਦਾ ਕਿ ਜਿਹੜੀ ਸਿਆਸਤ ਵਿੱਚ ਐਂਟਰੀ ਹੋਈ ਹੈ ਕਿਸਾਨਾਂ ਦੀ, ਉਹਦਾ ਕਿਹੜੀ ਪਾਰਟੀ ਨੂੰ ਨੁਕਸਾਨ ਹੋਏਗਾ ਤੇ ਸਿਆਸਤ ਦੇ ਵਿੱਚ ਕਿੱਡੀ ਕੁ ਉਥਲ ਪੁਥਲ ਹੋਏਗੀ? ਦੇਖੋ, ਜਿਹੜੇ ਕਿਸਾਨਾਂ ਦਾ ਇਹ ਫੈਸਲਾ ਹੈ, ਇਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬੜਾ ਵੱਡਾ ਮਤਲਬ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ। ਦੇਖੋ, ਜਿੱਥੋਂ ਤੱਕ ਬੀਜੇਪੀ ਦਾ ਸਵਾਲ ਆ, ਉਹਦੇ 'ਚ ਤਾਂ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹਨਾਂ ਦੀਆਂ ਤਾਂ ਸਭ ਤੋਂ ਘੱਟ ਪਰਸੈਂਟੇਜ ਆਫ ਵੋਟਸ ਹੈ ਪੰਜਾਬ ਦੇ ਵਿੱਚ, ਔਰ ਨਾ ਉਹਨਾਂ ਦਾ ਕੋਈ ਵਕਾਰ ਆ ਕਿਸਾਨਾਂ ਦੇ ਵਿੱਚ, ਨਾ ਉਹਨਾਂ ਦਾ ਕਿਸਾਨੀ ਦੇ ਨਾਲ ਕੋਈ ਤਾਲੁਕ ਆ, ਬਲਕਿ ਜੇ ਉਹਨਾਂ ਨੂੰ ਤਾਂ ਨੈਗੇਟਿਵ ਇਫੈਕਟ ਆ, ਕਿਉਂਕਿ ਉਹਨਾਂ ਨੇ ਸਪੋਰਟ ਇਸ ਜਥੇਬੰਦੀ ਨੂੰ ਕੀਤੀ ਨਹੀਂ। ਇਹ ਜਥੇਬੰਦੀ ਆਪਣੇ ਬਲਬੂਤੇ 'ਤੇ ਲੜੀ ਆ। ਕਾਂਗਰਸ ਨੇ ਵੀ ਥੋੜ੍ਹੀ ਬਹੁਤੀ ਇਹਨੂੰ ਸਪੋਰਟ ਦਿੱਤੀ ਆ, ਦੂਸਰੇ ਪਾਸੇ ਹੋਰ ਆਮ ਪਾਰਟੀ ਨੇ ਵੀ ਸਪੋਰਟ ਦਿੱਤੀ ਆ, ਕਿਉਂਕਿ ਉੱਥੇ ਜਦੋਂ ਬੈਠੇ ਸੀ ਉੱਥੇ ਇਹਨਾਂ ਨੇ ਕੋਈ ਇਹਦੀ ਓਪੋਜੀਸ਼ਨ ਨਹੀਂ ਕੀਤੀ ਆਮ ਪਾਰਟੀ। ਪਰ ਇੱਕ ਗੱਲ ਬਹੁਤ ਅਹਿਮ ਆ ਕਿ ਜਦੋਂ ਇਹ ਕਾਨੂੰਨ ਲਿਆਂਦੇ ਗਏ ਤਾਂ ਆਪ ਨੇ ਵੀ ਇਸ ਦੀ ਓਪੋਜੀਸ਼ਨ ਕੀਤੀ, ਅਕਾਲੀਆਂ ਨੇ ਵੀ ਇਸ ਦੀ, ਅਕਾਲੀ ਜਾ ਕੇ ਖੜੇ ਹੋਏ ਆ ਮੋਦੀ ਸਾਹਿਬ ਦੇ ਨਾਲ ਜਦੋਂ ਸ਼ੁਰੂ ਦੇ ਵਿੱਚ। ਬਾਅਦ ਦੇ ਵਿੱਚ ਜਦੋਂ ਪ੍ਰੈਸ਼ਰ ਬਣਿਆ ਫਿਰ ਉਹਨਾਂ ਨੇ ਅਸਤੀਫਾ ਦਿੱਤਾ, ਫਿਰ ਇਸ ਦੀ ਵਿਰੋਧਤਾ ਕੀਤੀ। ਇਹ ਅਸਲੀਅਤ ਹੈ, ਫੈਕਟ ਆ, ਉਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਹਾਂਜੀ, ਤੇ ਕੀ ਲੱਗਦਾ ਕਿ ਜਿਹੜੀ ਹੁਣ ਪੰਜਾਬ ਦੇ ਵਿੱਚ ਕਿਸੇ ਨੂੰ ਇਹ ਨਹੀਂ ਲੱਗਦਾ ਸੀ ਕਿ ਕਿਸਾਨ ਸਿਆਸੀ ਪਾਰਟੀ ਬਣਾ ਲੈਣਗੇ, ਹੁਣ ਬਣਾ ਲਈ ਹੈ, ਚੋਣ ਮੈਦਾਨ 'ਚ ਕੁੱਦ ਗਏ ਨੇ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਸਾਨੂੰ ਮਜਬੂਰ ਕੀਤਾ ਹੈ ਕਿ ਤੁਸੀਂ ਸਿਆਸਤ ਵਿੱਚ ਆਓ। ਇਹਦਾ ਮਤਲਬ ਫਿਰ ਲੋਕ ਕਿਸਾਨਾਂ ਨਾਲ ਹੋਣਗੇ? ਦੇਖੋ, ਜਿੱਥੋਂ ਤੱਕ ਦੂਸਰੀਆਂ ਪਾਰਟੀਆਂ ਦਾ ਸਵਾਲ ਆ ਨਾ, ਕਾਂਗਰਸ ਦਾ ਸਵਾਲ ਆ, ਬੀਜੇਪੀ ਦਾ ਸਵਾਲ ਆ, ਜਾਂ ਅਕਾਲੀਆਂ ਦਾ ਸਵਾਲ ਆ, ਅਕਾਲੀਆਂ ਨਾਲ ਟੁੱਟੇ ਹੋਏ ਜਿਹੜੇ ਬੰਦੇ ਆ, ਜਿਵੇਂ ਢੀਂਡਸਾ ਜਾਂ ਦੂਸਰੇ ਅਮਰਿੰਦਰ ਵਗੈਰਾ ਜਿਹੜੇ ਹੈਗੇ ਆ, ਕਾਂਗਰਸ ਨਾਲ ਟੁੱਟਿਆ ਹੋਇਆ ਅਮਰਿੰਦਰ, ਇਹਨਾਂ ਸਾਰਿਆਂ ਦੇ ਸਾਰੀਆਂ ਪਾਰਟੀਆਂ 'ਤੇ ਇਫੈਕਟ ਹੋਏਗਾ ਕਿਸਾਨਾਂ ਦਾ, ਕਿਉਂਕਿ ਕਿਸਾਨਾਂ ਦੀ ਇੱਕ ਸਟਰੋਂਗ ਜਥੇਬੰਦੀ ਹੈ, ਪਰ ਉਹਨਾਂ ਕੋਲ ਕਾਡਰ ਨਹੀਂ ਹੈ। ਕਾਡਰ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ ਕਿਸੇ ਪਾਰਟੀ ਨੂੰ ਮਤਲਬ ਵੋਟ ਕੰਸੋਲੀਡੇਟ ਕਰਨ ਦੇ ਲਈ। ਤੋ ਇਸ ਕਰਕੇ ਇਹ ਹੁਣ ਬੜਾ ਮੁਸ਼ਕਿਲ ਹੈ ਕਹਿਣਾ ਕਿ ਇਸ ਦਾ ਕੀ ਇਫੈਕਟ, ਕਿੱਥੇ ਇਫੈਕਟ ਹੋਏਗਾ। ਪਰ ਜਿਸ ਤਰੀਕੇ ਨਾਲ ਇਸ ਵੇਲੇ ਹਵਾ ਚੱਲ ਰਹੀ ਹੈ ਸਾਰੇ ਮੁਲਕ ਦੇ ਵਿੱਚ, ਖਾਸ ਤੌਰ 'ਤੇ ਨਾਰਥ ਇੰਡੀਆ ਦੇ ਵਿੱਚ, ਦੈਟ ਇਜ਼ ਐਂਟੀ ਬੀਜੇਪੀ ਵੇਵ। ਅੱਜ ਜੋ ਚੰਡੀਗੜ੍ਹ ਦੇ ਰਿਜ਼ਲਟ ਆਏ ਆ ਕੱਲ੍ਹ, ਉਹਨਾਂ ਰਿਜ਼ਲਟਾਂ ਨੇ ਕਲੀਅਰਲੀ ਇੰਡੀਕੇਟ ਕਰ ਦਿੱਤਾ ਕਿ ਲੋਕ ਬਦਜ਼ਨ ਹੋ ਚੁੱਕੇ ਆ ਬੀਜੇਪੀ ਤੋਂ, ਔਰ ਜਿਹੜਾ ਜਾਦੂ ਚੱਲਦਾ ਸੀਗਾ ਮੋਦੀ ਸਾਹਿਬ ਦਾ, ਉਹ ਬਲਕਿ ਉਲਟਾ ਪੈ ਗਿਆ। ਜਿਵੇਂ ਹੁਣ ਪਿੱਛੇ ਜਿੰਨੀਆਂ ਜਿਹੜੀਆਂ ਹਿਮਾਚਲ ਦੇ ਵਿੱਚ ਬਾਈ ਇਲੈਕਸ਼ਨਸ ਹੋਈਆਂ, ਕਿਸ ਤਰੀਕੇ ਨਾਲ ਦੁਰਦਿਸ਼ਾ ਹੋਈ ਆ ਬੀਜੇਪੀ ਦੀ, ਔਰ ਇਸੇ ਕਿਸਮ ਦੀ ਉਮੀਦ ਜਿਹੜੀ ਜ਼ਾਹਰ ਕੀਤੀ ਜਾ ਰਹੀ ਹੈ ਜਿਹੜੀਆਂ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣੀ। ਬੀਜੇਪੀ ਇਜ਼ ਰੂਲਡ ਆਊਟ, ਜੋ ਮੇਰੀ ਸਮਝ ਕਹਿੰਦੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਕਾਡਰ ਆ ਉਹੀ ਟੁੱਟ ਚੁੱਕਿਆ। ਉਸ ਕਿਸਮ ਦਾ ਇੰਥਿਊਜ਼ਿਜ਼ਮ ਲੋਕਾਂ ਦੇ ਵਿੱਚ ਬੀਜੇਪੀ ਤੇ ਮੋਦੀ ਸਾਹਿਬ ਬਾਰੇ ਨਹੀਂ ਹੈ ਜੋ ਉਹਨਾਂ ਦਾ ਪਹਿਲਾਂ ਹੋਇਆ ਕਰਦਾ ਸੀ। ਫੈਕਟਰ ਕੀ ਲੱਗਦਾ ਤੁਹਾਨੂੰ, ਕਿਸਾਨ ਅੰਦੋਲਨ ਜਾਂ ਮਹਿੰਗਾਈ, ਦੋਨਾਂ 'ਚੋਂ ਜ਼ਿਆਦਾ ਵੱਡਾ ਫੈਕਟਰ? ਬਹੁਤ ਵੱਡਾ ਫੈਕਟਰ ਹੈ, ਜਿਸ ਨੇ ਹਰ ਪਹਿਲੂ, ਹਰ ਸਮਾਜ ਦੇ ਜਿਹੜਾ ਅੰਗ ਆ ਉਸ ਨੂੰ ਇਫੈਕਟ ਕੀਤਾ। ਖਾਸ ਤੌਰ 'ਤੇ ਜਿਹੜੀ ਮਿਡਲ ਕਲਾਸ ਆ, ਜਿੱਥੇ ਅਨਇੰਪਲੋਇਮੈਂਟ ਇੰਨੀ ਵੱਡੀ ਪਹੁੰਚ ਚੁੱਕੀ ਆ। ਨੌਜਵਾਨ ਸੀ ਜਿਹੜਾ ਇਸ ਮੁਲਕ ਦਾ, ਚਾਹੇ ਉਹ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ, ਕਿਸੇ ਧਰਮ ਨੂੰ ਬਿਲੋਂਗ ਕਰਦਾ, ਉਹ ਵਿਚਾਰਾ ਅਨਇੰਪਲਾਇਡ ਆ। ਔਰ ਜਿਹੜੇ ਲੋਕ ਨੀਚੇ ਲੈਵਲ ਦੇ ਮਜ਼ਦੂਰ ਆ, ਉਹਨਾਂ ਦੇ ਕੋਲ ਵੀ ਵਿਚਾਰਿਆਂ ਕੋਲ ਮਜ਼ਦੂਰੀ ਲਈ ਕੋਈ ਕਿਸੇ ਕਿਸਮ ਦੇ ਸਹੂਲਤਾਂ ਨਹੀਂ ਹੈਗੀਆਂ। ਤੋ ਮੁਲਕ ਦੀ ਇਕੋਨਮੀ ਬਿਲਕੁਲ ਡਾਮਾਡੋਲ ਹੋ ਚੁੱਕੀ ਹੈ। ਜੇ ਤੁਸੀਂ ਇੰਡੀਅਨ ਕਰੰਸੀ ਦੀ ਗੱਲ ਕਰੋ, ਜਦੋਂ ਮੋਦੀ ਸਾਹਿਬ ਉਸ ਵੇਲੇ ਮਨਮੋਹਨ ਸਿੰਘ ਸਰਕਾਰ ਵੇਲੇ ਬਹੁਤ ਅੱਡੀਆਂ ਚੱਕ ਕੇ ਰੌਲਾ ਪਾਉਂਦੇ ਹੁੰਦੇ ਸੀ, ਅੱਜ ਜਿਹੜਾ 74 ਰੁਪਏ ਤੋਂ ਉੱਤੇ ਹੋ ਗਿਆ, ਔਰ ਜਿਹੜਾ ਪਾਊਂਡ ਆ 100 ਤੋਂ ਉੱਤੇ ਆ। ਤੋ ਇਸ ਕਿਸਮ ਦੀ ਜਿਹੜੀ ਇੰਡੀਅਨ ਇਕੋਨਮੀ ਮਤਲਬ ਟੋਟਲੀ ਸ਼ਟਰ ਹੋ ਚੁੱਕੀ ਆ, ਅਨਇੰਪਲੋਇਮੈਂਟ ਐਕਸਟ੍ਰੀਮ ਦੇ ਉੱਤੇ ਆ। ਔਰ ਜਦੋਂ ਉਹ ਚੀਜ਼ ਹਰ ਇੱਕ ਬੰਦੇ ਨੂੰ ਪਰਸਨਲੀ ਮਤਲਬ ਇਫੈਕਟ ਕਰਦੀ ਹੈ, ਉਸ ਦੇ ਵਿੱਚ ਕੋਈ ਆਈਡੀਓਲੋਜੀ ਮੈਟਰ ਨਹੀਂ ਕਰਦੀ। ਘਿਓ ਕਿੰਨਾ ਮਹਿੰਗਾ ਹੋ ਗਿਆ, ਪੈਟਰੋਲ ਕਿੰਨਾ ਮਹਿੰਗਾ, ਆਲ ਟਾਈਮ ਹਾਈ।
200 ਰੁਪਏ ਲੀਟਰ ਤੋਂ ਵੱਧ ਅੱਜ ਘਿਓ ਹਰ ਜਿਹੜਾ ਹੈਗਾ ਮਿਲਦਾ ਹੈਗਾ, ਤੇਲ ਦੀ ਕੀਮਤ ਆ। ਤਾਂ ਇੱਕ ਗਰੀਬ ਆਦਮੀ ਕਿਸ ਤਰੀਕੇ ਨਾਲ ਆ ਜਿਹੜਾ ਸਿਲੰਡਰ ਆ, ਗੈਸ ਦਾ ਸਿਲੰਡਰ 900 ਤੋਂ ਉੱਤੇ ਆ ਇੱਥੇ ਚੰਡੀਗੜ੍ਹ ਦੇ ਵਿੱਚ, ਦੂਜੇ ਸੂਬਿਆਂ 'ਚ ਹੋ ਸਕਦਾ 1000 ਤੋਂ ਵੀ ਉੱਚੇ ਹੋਵੇ। ਤਾਂ ਇਸ ਕਿਸਮ ਦਾ ਹਰ ਬੰਦੇ ਨੂੰ ਇਫੈਕਟ ਹੋ ਰਿਹਾ, ਜਿਹੜੀ ਮਹਿੰਗਾਈ ਦੀ ਮਾਰ ਹਰ ਵਰਗ ਨੂੰ, ਹਰ ਖਿੱਤੇ ਨੂੰ, ਹਰ ਜਿਹੜਾ ਸੈਕਸ਼ਨ ਆਫ ਸੁਸਾਇਟੀ ਉਸ ਨੂੰ ਇਫੈਕਟ ਕਰ ਰਹੀ। ਜਿਹੜੇ ਕਹਿੰਦੇ ਆ ਕਿ ਕਿਸਾਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਜਿਹੜੇ ਕੁਝ ਮੇਰੀ ਪੱਤਰਕਾਰਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ, ਕੁਝ ਪੋਲੀਟੀਕਲ ਲੋਕਾਂ ਨਾਲ ਵੀ, ਕਈ ਤਾਂ ਇਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਿੱਲੀ ਦੀਆਂ ਬਰੂਹਾਂ ਤੇ ਮੋਰਚਾ ਲੱਗਿਆ ਸੀ, ਹੋ ਸਕਦਾ ਇੱਕ ਚੁਣਾਵੀ ਮੋਰਚਾ ਪੰਜਾਬ 'ਚ ਲੱਗ ਜਾਵੇ। ਪਤਾ ਨਹੀਂ ਲੋਕਾਂ ਨੂੰ ਲੱਗੇਗਾ ਕਿ ਖਰਚ ਕੌਣ ਕਰ ਰਿਹਾ, ਕੌਣ ਪ੍ਰਚਾਰ ਕਰ ਰਿਹਾ, ਕਿੰਨੇ ਕੁ ਨੌਜਵਾਨ ਮੂਵਮੈਂਟ ਦੇ ਨਾਲ ਜੁੜ ਗਏ, ਜਿਹੜੀ ਚੁਣਾਵੀ ਮੂਵਮੈਂਟ ਹੋਏਗੀ। ਕਈ ਕਹਿੰਦੇ ਸਭ ਜ਼ਮਾਨਤਾਂ ਜ਼ਬਤ ਕਰਾਉਣਗੇ, ਇਹਨਾਂ ਦੇ ਵੱਸ ਦਾ ਰੋਗ ਨਹੀਂ। ਉਹਨਾਂ ਨੂੰ ਕੀ ਕਹੋਗੇ? ਦੇਖੋ, ਇਹ ਗੱਲ ਕਹਿਣੀ ਬਹੁਤ ਮੁਸ਼ਕਿਲ ਹੈ। ਜਿਸ ਤਰੀਕੇ ਨਾਲ ਆਮ ਪਾਰਟੀ ਇੱਕ ਅੰਦੋਲਨ 'ਚੋਂ ਨਿਕਲੀ ਸੀ, ਜਿਹੜਾ ਅੰਦੋਲਨ ਚੱਲਿਆ ਸੀ ਉਸ ਵੇਲੇ, ਅੰਨਾ ਹਜ਼ਾਰੇ ਵਾਲਾ ਅੰਦੋਲਨ ਚੱਲਿਆ ਸੀ, ਅੰਨਾ ਹਜ਼ਾਰੇ ਜਿਹੜਾ ਰਿਡੰਡੈਂਟ ਹੋ ਗਿਆ, ਕੇਜਰੀਵਾਲ ਉਸ ਦੇ ਵਿੱਚੋਂ ਨਿਕਲ ਕੇ ਉਸਨੇ ਸਰਕਾਰ ਬਣਾ ਲਈ, ਫਿਰ ਦੁਬਾਰਾ ਉਸਨੇ ਸਰਕਾਰ ਬਣਾ ਲਈ, ਬੜੇ ਮੈਸਿਵ ਸਕੇਲ 'ਤੇ ਸਰਕਾਰ ਜਿੱਤੇ ਉਹ। ਇਸੇ ਤਰੀਕੇ ਦੇ ਨਾਲ ਇਹ ਫਿਨੋਮੀਨਾ ਜਿਹੜਾ ਕੋਈ ਮਤਲਬ ਇਸ ਕਿਸਮ ਦੀ ਵੀ ਅਚੰਭਾ ਲਿਆ ਸਕਦਾ ਪੰਜਾਬ ਦੀ ਸਿਆਸਤ ਦੇ ਲਈ। ਲੇਕਿਨ ਇੱਕ ਗੱਲ ਸਾਫ਼ ਹੋ ਚੁੱਕੀ ਆ ਕਿ ਬਾਦਲ ਅਕਾਲੀ ਦਲ ਦਾ ਜਿਹੜਾ ਗ੍ਰਾਫ ਆ ਬਹੁਤ ਨੀਚੇ ਗਿਰ ਚੁੱਕਿਆ। ਲੋਕਾਂ ਵਿੱਚ ਉਹਨਾਂ ਦੇ ਲਈ ਕਿਸੇ ਕਿਸਮ ਦਾ ਇੰਥੂਜ਼ੀਜ਼ਮ ਨਹੀਂ ਜਿਸ ਤਰ੍ਹਾਂ ਹੋਇਆ ਕਰਦਾ ਸੀ, ਕਿਉਂਕਿ ਅਕਾਲੀ ਦਲ ਦਾ ਜਿਹੜਾ ਸਾਰਾ ਜੋ ਉਹਦੀ ਪਰਸਨੈਲਿਟੀ ਸੀ, ਜੋ ਉਹਦੀ ਸ਼ੇਪ ਸੀ, ਉਹ ਇਹਨਾਂ ਨੇ ਵਿਗਾੜ ਦਿੱਤੀ ਹੈ। ਜਿਹੜੀ ਹੋਇਆ ਕਰਦੀ ਸੀ, ਆਮ ਵਿਚਾਰੇ ਅਕਾਲੀ ਜਿਹੜੇ ਲੀਡਰ ਸੀ ਮਾਸ ਮੂਵਮੈਂਟ ਜਨਰੇਟ ਕਰਦੇ ਸੀ, ਅੱਜ ਉਹ ਮਾਸ ਮੂਵਮੈਂਟ ਕਿੱਥੇ ਗਈ? ਅੱਜ ਇਹ ਉਹ ਸਵਾਰਥੀ ਲੋਕਾਂ ਦਾ ਹੀ ਇੱਕ ਜਥੇਬੰਦੀ ਜੀ ਬਣ ਕੇ ਰਹਿ ਗਈ, ਜਿਨ੍ਹਾਂ ਨੇ ਕਿਹਾ ਵੀ ਮੈਂ ਆਹ ਟਿਕਟ ਲੈਣਾ, ਮੈਂ ਆਹ ਕਾਰਪੋਰੇਸ਼ਨ ਦਾ ਚੇਅਰਮੈਨ ਬਣਨਾ, ਮੈਂ ਕੋਠੀਆਂ ਦੱਬਣੀਆਂ। ਇਸ ਕਿਸਮ ਦੀ ਘਟੀਆ ਲੈਵਲ 'ਤੇ ਆ ਗਏ। ਜਦੋਂ ਕਿ ਪਹਿਲੇ ਜਿਹੜੇ ਅਕਾਲੀ ਹੋਇਆ ਕਰਦੇ ਸੀ, ਉਹ ਤਾਂ ਸਿਰਫ ਇਹ ਕਹਿੰਦੇ ਸੀ ਵੀ ਅਸੀਂ ਤਾਂ ਮਤਲਬ ਸਮਰਪਿਤ ਹੋਣਾ ਇੱਕ ਪਰਟੀਕੁਲਰ ਕੌਜ਼ ਦੇ ਲਈ। ਅੱਜ ਕੌਜ਼ ਖਤਮ ਹੋ ਗਿਆ, ਅੱਗ ਇੱਕ ਪੈਸ਼ਨ ਬਣ ਗਿਆ, ਸਵਾਰਥ ਦੇ ਨਾਲ ਜੁੜਿਆ ਹੋਇਆ। ਡਾਕਟਰ ਸਾਹਿਬ, ਜਿਹੜਾ ਕਾਂਗਰਸ ਦੀ ਜੇਕਰ ਗੱਲ ਕਰੀਏ, ਕਾਂਗਰਸ ਦੇ ਲੀਡਰ ਜਿਹੜੇ ਹੈਗੇ ਆ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨੇ, ਤੇ ਅੰਦਰੂਨੀ ਸੰਕਟ ਬਹੁਤ ਵੱਡਾ ਹੈ ਕਾਂਗਰਸ ਦਾ। ਜੇ ਕਾਂਗਰਸ ਦੇ ਵਿੱਚ ਅੰਦਰੂਨੀ ਸੰਕਟ ਬਣਿਆ ਰਿਹਾ ਤੇ ਕਾਂਗਰਸ ਦਾ ਵੀ ਨੁਕਸਾਨ ਹੋ ਸਕਦਾ ਇਹਨਾਂ ਚੋਣਾਂ 'ਚ। ਮੈਂ ਇਹੀ ਗੱਲ ਕਹਿਣ ਵਾਲਾ ਸੀ। ਕਾਂਗਰਸ ਦੇ ਵਿੱਚ ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਮਤਲਬ ਇਸ ਗੱਲ ਬੜੀ ਬਾਰ-ਬਾਰ ਇਹ ਗੱਲ ਉਹਦੇ ਅੰਦਰ ਆ ਰਹੀ ਆ ਮਾਨਸਿਕਤਾ ਦੇ ਵਿੱਚ ਵੀ ਮੈਂ ਚੀਫ ਮਿਨਿਸਟਰ ਬਣਨਾ। ਔਰ ਮੈਂ ਕਿਉਂਕਿ ਉਹ ਜਿਸ ਕਿਸਮ ਦੀ ਗੱਲ ਕਰਦੇ ਆ ਵੀ ਮੈਂ ਆਹ ਕਰ ਦੂੰਗਾ, ਮੈਂ ਇਸ ਤਰੀਕੇ ਨਾਲ ਤਬਦੀਲੀ ਲਿਆਉਂਗਾ, ਉਹਨਾਂ ਦੀਆਂ ਗੱਲਾਂ ਵਿੱਚੋਂ, ਉਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਚੀਫ ਮਿਨਿਸਟਰਸ਼ਿਪ ਨਜ਼ਰ ਆ ਰਹੀ ਹੈ। ਤੋ ਇਸੇ ਤਰੀਕੇ ਨਾਲ ਭਗਵੰਤ ਮਾਨ ਦੀ ਵੀ ਬਹੁਤ ਬੜੀ ਐਂਬੀਸ਼ਨ ਆ। ਇਹ ਨਾ ਸਮਝੋ ਵੀ ਅਕਾਲੀ ਦਲ ਫੈਕਸ਼ਨ ਰਿਡਨ ਹੈ। ਦੇਰ ਇਜ਼ ਨੋ ਮਤਲਬ ਕੋਈ ਇਸ ਕਿਸਮ ਦਾ ਰੀਜ਼ਨ ਨਹੀਂ ਜੇ ਇਸ ਨੂੰ ਡਿਨਾਈ ਨਹੀਂ ਕਰ ਸਕਦੇ। ਚੰਨੀ ਵੀ ਐਂਬੀਸ਼ੀਅਸ ਬਹੁਤ ਹੋ ਚੁੱਕਿਆ, ਕਿਉਂਕਿ ਉਸ ਦੇ ਮੂੰਹ ਨੂੰ ਵੀ ਮਤਲਬ ਜਿਹੜਾ ਸਵਾਦ ਪੈ ਚੁੱਕਿਆ ਚੀਫ ਮਿਨਿਸਟਰੀ ਦਾ। ਤੋ ਇਸੇ ਤਰੀਕੇ ਨਾਲ ਜਿਹੜਾ ਆਪਣਾ ਹੈਗਾ ਨਵਜੋਤ ਸਿੰਘ ਸਿੱਧੂ। ਤੋ ਇਸੇ ਤਰੀਕੇ ਦੇ ਨਾਲ ਜਿਹੜੀ ਆਮ ਪਾਰਟੀ ਆ ਉਹ ਵੀ ਫੈਕਸ਼ਨ ਰਿਡਨ ਹੈ, ਜਿਸ ਦੇ ਵਿੱਚ ਭਗਵੰਤ ਮਾਨ ਜਿਸ ਤਰੀਕੇ ਨਾਲ ਪਹਿਲਾਂ ਜਦੋਂ ਚੋਣਾਂ ਦੇ ਰਿਜ਼ਲਟ ਹੀ ਆਉਣ ਲੱਗੇ ਸੀ, ਮਠਿਆਈਆਂ ਦੇ ਢੇਰ ਲਾ ਲਏ ਸੀ ਆਪਣੇ ਘਰ ਵੀ ਮੈਂ ਚੀਫ ਮਿਨਿਸਟਰ ਬਣ ਰਿਹਾ, ਉਹ ਅੰਬੀਸ਼ਨ ਉਸ ਦੇ ਵਿੱਚ ਬਾਰ-ਬਾਰ ਉਸ ਦੀ ਮਾਨਸਿਕਤਾ ਤੋਂ ਨਿਕਲ ਕੇ ਬਾਹਰ ਆ ਰਹੀ ਹੈ। ਇਸੇ ਕਰਕੇ ਉਹਨਾਂ ਨੇ ਹਲੇ ਤੱਕ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆਪਣੀ ਪਾਰਟੀ ਦਾ ਚੀਫ ਮਿਨਿਸਟਰ ਦਾ ਚਿਹਰਾ ਪ੍ਰੋਜੈਕਟ ਨਹੀਂ ਕੀਤਾ। ਉਹ ਜਗ੍ਹਾ ਜਗ੍ਹਾ ਜਾ ਰਿਹਾ, ਕਦੇ ਤਾਂ ਇਹਨਾਂ ਨੂੰ ਕਿਸਾਨ ਲੀਡਰਾਂ ਨੂੰ ਕਹਿ ਰਿਹਾ ਵੀ ਮੈਂ ਤੁਹਾਨੂੰ ਪ੍ਰੋਜੈਕਟ ਕਰ ਦੇਣਾ, ਕਦੇ ਕਿਸੇ ਨੂੰ ਕਹਿ ਰਿਹਾ, ਕਦੇ ਕਿਸੇ ਨੂੰ ਕਹਿ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖ ਚਿਹਰਾ ਹੀ ਹੈ ਜਿਹੜਾ ਦਾ ਬਹੁਤ ਵੱਡਾ ਮਾਸ ਬੇਸ ਹੈ ਪੰਜਾਬ ਦੇ ਵਿੱਚ। ਤੋ ਇਸ ਕਰਕੇ ਦੂਸਰੇ ਜਿਹੜੇ ਹਿੰਦੂ ਆ ਉਹਨਾਂ ਦਾ ਤਾਂ ਚਿਹਰਾ ਜਿਹੜਾ ਹੈਗਾ ਨੈਸ਼ਨਲ ਲੈਵਲ 'ਤੇ ਚੱਲਦਾ ਹੈਗਾ। ਮੋਦੀ ਸਾਹਿਬ ਤੋਂ ਬਗੈਰ ਕਿਸੇ ਨੂੰ ਟੋਲਰੇਟ ਨਹੀਂ ਕੀਤਾ ਜਾ ਸਕਦਾ। ਤੋ ਇਸ ਕਰਕੇ ਪੰਜਾਬ ਦਾ ਜਿਹੜਾ ਸਵੀਕਰਨ ਹੈ ਉਸ ਦੀਆਂ ਬਹੁਤ ਸਾਰੀਆਂ ਡਾਇਮੈਂਸ਼ਨਸ ਹੈਗੀਆਂ। ਮੇਰਾ ਆਪਣਾ ਮੰਨਣਾ, ਮੇਰੀ ਆਪਣੀ ਸਮਝ ਔਰ ਮੈਨੂੰ ਜੋ ਜਿੰਨੀ ਥੋੜ੍ਹੀ ਬਹੁਤੀ ਸੂਝ-ਬੂਝ ਆ ਉਸ ਦੇ ਮੁਤਾਬਕ ਮੈਨੂੰ ਲੱਗਦਾ ਵੀ ਹੰਗ ਅਸੈਂਬਲੀ ਆਏਗੀ ਪੰਜਾਬ ਦੇ ਵਿੱਚ। ਪਰ ਹੁਣ ਲੱਗਦਾ ਹੰਗ ਅਸੈਂਬਲੀ ਆਏਗੀ ਜੇਕਰ ਕਿਸਾਨਾਂ ਦੀ ਕੋਈ ਮੂਵਮੈਂਟ ਚੱਲ ਪਈ, ਜਿਸ ਤਰ੍ਹਾਂ 89 ਦੇ ਵਿੱਚ ਜਿੰਦੇ ਕੁੰਜੀ ਵਾਲੇ ਤੁਹਾਡੇ ਯਾਦ ਹੋਣਾ ਸਿਮਰਜੀਤ ਮਾਨ ਹੋਰਾਂ ਦੀ ਪਾਰਟੀ 13 ਸੀਟਾਂ 'ਚੋਂ 11 ਸੀਟਾਂ ਉਹ ਲੈ ਗਏ ਸੀ, ਜਿੱਤ ਗਏ, ਹੁੰਜਾ ਫਿਰੂ ਜਿੱਤ। ਕੋਈ ਐਵੇਂ ਦੇ ਵੀ ਚਾਂਸ ਹੈਗੇ ਨੇ ਕਿ ਨਹੀਂ? ਦੇਖੋ, ਉਹ ਡਿਪੈਂਡ ਕਰਦਾ ਕਿਸ ਤਰੀਕੇ ਦੇ ਨਾਲ ਜਿਹੜੇ ਮਾਸਿਸ ਉਹ ਕਰਵਟ ਲੈਂਦੇ ਆ। ਜੇ ਤਾਂ ਮਾਸਿਸ ਕਿਸਾਨ ਇੰਨੇ ਜ਼ਿਆਦਾ
ਮਤਲਬ ਪਰਸੂਇਡ ਹੋ ਗਏ ਕਿਸਾਨ ਮੂਵਮੈਂਟ ਦੇ ਲਈ, ਤਾਂ ਇਹ ਫਿਨੋਮੀਨਾ ਹੋ ਸਕਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਇਹੀ ਦੱਸ ਕੇ ਹਟਿਆ ਨਾ, ਕੇਜਰੀਵਾਲ ਕਿਸ ਤਰੀਕੇ ਦੇ ਨਾਲ ਐਮਰਜ ਕਰ ਗਿਆ ਲੀਡਰ। ਤੋ ਉਹ ਇੱਕ ਛੋਟੀ ਜੀ ਛੋਟਾ ਜਿਹਾ ਅੰਦੋਲਨ ਸੀ, ਕੋਈ ਇਸ ਸਕੇਲ ਦਾ ਅੰਦੋਲਨ ਨਹੀਂ ਸੀ ਜਿਸ ਸਕੇਲ ਦਾ ਅੰਦੋਲਨ ਕਿਸਾਨਾਂ ਨੇ ਕਰਕੇ ਦਿਖਾਇਆ। ਕਹਿ ਸਕਦੇ ਹਾਂ ਕਿ ਅਕਾਲੀ ਦਲ ਜਿਹੜੀ ਬਸਪਾ ਗੱਠਜੋੜ ਆ ਉਹਨੂੰ ਤਾਂ ਸੱਤਾ ਦਾ ਆਨੰਦ ਮਾਣਨ ਦੀ ਉਮੀਦ ਖਤਮ ਕਰ ਦੇਣੀ ਚਾਹੀਦੀ ਹੈ। ਭਾਜਪਾ ਵਾਲਿਆਂ ਦਾ ਵੈਸੀ ਪੱਤਾ ਸਾਫ਼ ਪਹਿਲਾਂ ਹੀ ਹੈ। ਕਾਂਗਰਸ ਜੇ ਅੰਦਰੂਨੀ ਸੰਕਟ ਦਾ ਸ਼ਿਕਾਰ ਰਹੀ ਤਾਂ ਕਾਂਗਰਸ ਨੂੰ ਮਾੜੇ ਦਿਨ ਦੇਖਣੇ ਪੈ ਸਕਦੇ ਨੇ। ਕਿਸਾਨਾਂ ਦਾ ਇਹ ਕਿ ਲੋਕ ਜੁੜਦੇ ਕਿੰਨੇ ਕੁ ਨਾਲ ਨੇ ਉਹਨਾਂ ਦੇ, ਇੱਥੇ ਗੱਲ ਖੜੀ ਆ। ਪਰ ਹਾਲ ਦੀ ਘੜੀ ਸਾਰਾ ਮਾਹੌਲ ਦੇਖ ਕੇ ਤੁਹਾਨੂੰ ਇਹ ਲੱਗਦਾ ਕਿ ਪੂਰਨ ਬਹੁਮਤ ਵੱਲ ਕੋਈ ਨਹੀਂ ਜਾ ਰਿਹਾ ਅੱਜ ਦੀ ਡੇਟ 'ਚ? ਅੱਜ ਦੀ ਡੇਟ ਦੇ ਵਿੱਚ ਕੋਈ ਮਤਲਬ ਪਾਰਟੀ ਇਹ ਦਾਅਵਾ ਨਹੀਂ ਕਰ ਸਕਦੀ ਪੰਜਾਬ ਦੇ ਵਿੱਚ ਵੀ ਅਸੀਂ ਸਰਕਾਰ ਬਣਾ ਲਾਂਗੇ ਆਪਣੇ ਬਲਬੂਤੇ ਦੇ ਉੱਤੇ। ਇਹ ਤਾਂ ਉਈਓ ਮਤਲਬ ਗੱਲ ਕਹਿਣ ਦੀ ਹੈ ਨਾ, ਉਹ ਕਹਿਣਗੇ, ਕਹਿਣਾ ਉਹਨਾਂ ਨੂੰ ਪੈਂਦਾ, ਕਿਉਂਕਿ ਪੋਲੀਟੀਕਲ ਲੋਕਾਂ ਦੀਆਂ ਮਤਲਬ ਇਸ ਕਿਸਮ ਦੀਆਂ ਐਸਪੀਰੇਸ਼ਨਸ ਨੂੰ ਉਹਨਾਂ ਨੇ ਅਟਰੈਕਟ ਕਰਨਾ। ਪਰ ਕਾਂਗਰਸ ਦੇ ਕੋਲ ਕਾਡਰ ਹੈ, ਜਿਹੜਾ ਕਾਡਰ ਮੋਬਿਲਾਈਜ਼ ਕਰਦਾ ਹੈ। ਜਿਸ ਤਰੀਕੇ ਨਾਲ ਬੀਜੇਪੀ ਕੋਲ ਕਾਡਰ ਹੈ, ਪਰ ਬੀਜੇਪੀ ਦਾ ਤਾਂ ਕੋਈ ਮਾਸ ਬੇਸ ਹੈ ਹੀ ਨਹੀਂ ਪੰਜਾਬ ਦੇ ਵਿੱਚ। ਔਰ ਜੋ ਬਣਾਇਆ ਸੀ ਉਹ ਬਾਦਲ ਸਾਹਿਬ ਨੇ ਆਪਣੇ ਸਰਵਾਈਵਲ ਲਈ ਬਣਾਇਆ ਸੀ। ਵਰਨਾ ਪਹਿਲਾਂ ਤੋਂ ਅਸੀਂ ਦੇਖਦੇ ਰਹੇ ਹਾਂ, ਬਾਦਲ ਦੇ ਨਾਲ ਅਲਾਇੰਸ ਕਰਨ ਤੋਂ ਪਹਿਲਾਂ 2 ਜਾਂ 3 ਜਾਂ 4 ਸੀਟਾਂ ਜਿੱਤਦੇ ਸੀ ਬੀਜੇਪੀ। ਉਹ ਵੀ ਬੜੀਆਂ ਸ਼ਹਿਰੀ ਸੀਟਾਂ, ਜਾਂ ਪਠਾਨਕੋਟ ਤੋਂ 1-2 ਸੀਟਾਂ ਚੱਲੀਆਂ, ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚੋਂ 1-2 ਸੀਟ ਜਿੱਤ ਲਈ। ਇਸ ਕਿਸਮ ਦਾ ਉਹਨਾਂ ਦਾ ਲੈਵਲ ਸੀ। ਲੇਕਿਨ ਹੁਣ ਤਾਂ ਉਹ ਲੈਵਲ ਵੀ ਟੁੱਟ ਚੁੱਕਿਆ। ਅੱਜ ਜਿਸ ਕਿਸਮ ਦੀ ਹਿੰਦੂਤਵਾ ਫੋਰਸਿਸ ਮਤਲਬ ਬੀਜੇਪੀ ਦੇ ਉੱਤੇ ਛਾਈਆਂ ਹੋਈਆਂ, ਉਸ ਨੇ ਟੋਟਲੀ ਜਿਹੜੀਆਂ ਮਿਨੋਰਟੀਜ਼ ਆ, ਹੁਣ ਚੰਡੀਗੜ੍ਹ 'ਚ ਕੀ ਹੋਇਆ ਦੇਖੋ, ਇਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ। ਉਹ ਚੀਜ਼, ਉਹ ਫੈਕਟਰ ਜਿਸ ਕਿਸਮ ਦਾ ਰਾਏਪੁਰ ਦੇ ਵਿੱਚ, ਦੂਸਰੇ ਹੋਰ ਜਗ੍ਹਾ ਦੇ ਉੱਤੇ ਗਲਤ ਬਿਆਨੀ ਹੋ ਰਹੀ ਆ ਹਿੰਦੂਤਵਾ ਦੀ, ਵੀ ਮੁਸਲਮਾਨਾਂ ਨੂੰ ਕੱਟ ਦਾਂਗੇ, ਮਾਰ ਦਾਂਗੇ, ਈਸਾਈਆਂ ਨੂੰ, ਉਹਨਾਂ ਦੇ ਵਿਚਾਰਿਆਂ ਦੇ ਚਰਚਾਂ ਦੇ ਉੱਤੇ ਉਹ ਕ੍ਰਾਈਸਟ ਦੀਆਂ ਜਿਹੜੀਆਂ ਮੂਰਤੀਆਂ ਉਹਨਾਂ ਨੂੰ ਭੰਨਿਆ ਤੋੜਿਆ ਜਾ ਰਿਹਾ, ਚਰਚਾਂ ਨੂੰ ਭੰਨਿਆ ਤੋੜਿਆ ਜਾ ਰਿਹਾ, ਇਸਲਾਮ ਦੇ ਖਿਲਾਫ। ਤਾਂ ਕਿਸ ਮੂੰਹ ਨਾਲ ਇਹ ਘੱਟ ਗਿਣਤੀਆਂ ਜਿਹੜੀਆਂ ਹੈ ਇਸ ਵੇਲੇ ਬਹੁਤ ਡਰੀਆਂ ਹੋਈਆਂ ਇਹਨਾਂ ਤੋਂ, ਬੀਜੇਪੀ ਤੋਂ, ਹਿੰਦੂਤਵਾ। ਔਰ ਮੈਂ ਹੋਰ ਵੀ ਦੱਸਦਾ, ਇੱਥੇ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਹਿੰਦੂ ਸਮਾਜ ਵੀ ਟੁੱਟ ਚੁੱਕਿਆ। ਹਿੰਦੂ ਸਮਾਜ ਦਾ ਜਿਹੜਾ ਪ੍ਰੋਗਰੈਸਿਵ ਆਊਟਲੁੱਕ ਹੈ, ਪੋਜ਼ੀਟਿਵ ਆਊਟਲੁੱਕ ਆ, ਉਹ ਹਿੰਦੂਤਵਾ ਤੋਂ ਬਦਜ਼ਨ ਹੋ ਚੁੱਕਿਆ। ਔਰ ਜਿਹੜਾ ਹਿੰਦੂਤਵਾ ਦੇ ਨਾਲ ਲੱਗਿਆ ਹੋਇਆ ਬਹੁਤ ਜ਼ਿਆਦਾ ਰੈਬਿਡ ਕਮਿਊਨਲਿਜ਼ਮ ਆ, ਉਹ ਜ਼ਰੂਰ ਉਹਨਾਂ ਦੇ ਕੋਲ ਵੋਟ ਬੈਂਕ ਹੈ। ਅੱਜ ਜਿਹੜੇ ਚੰਡੀਗੜ੍ਹ ਦੇ ਨਤੀਜੇ ਆਏ ਆ, ਉਸ ਦਾ ਜੇ ਵੋਟ ਪਰਸੈਂਟੇਜ ਤੁਸੀਂ ਉਹਨੂੰ ਐਗਜ਼ਾਮਿਨ ਕਰੋ, ਸਭ ਤੋਂ ਵੱਧ ਵੋਟਾਂ ਦੀ ਪਰਸੈਂਟੇਜ ਕਾਂਗਰਸ ਨੂੰ ਪਈ ਆ, ਫਿਰ ਬੀਜੇਪੀ ਨੂੰ ਪਈ ਆ, ਫਿਰ ਜਾ ਕੇ ਆਮ ਨੂੰ ਪਾਰਟੀ ਆ। ਆਮ ਤੀਜੇ ਨੰਬਰ ਤੇ ਵੋਟ ਪਰਸੈਂਟੇਜ ਦੇ ਨਾਲ, ਬਾਵਜੂਦ ਇਸ ਦੇ ਗੱਲ ਦੇ ਉਹਨਾਂ ਨੇ ਸੀਟਾਂ ਬਹੁਤ ਜ਼ਿਆਦਾ ਜਿੱਤ ਲਈਆਂ, 14 ਸੀਟਾਂ ਜਿੱਤ ਲਈਆਂ। ਤੋ ਇਹ ਗੱਲ ਬੜੀ ਕਲੀਅਰਲੀ ਇੰਡੀਕੇਟ ਕਰ ਰਹੀ ਹੈ ਕਿ ਹਿੰਦੂ ਜਿਹੜਾ ਹੈਗਾ ਮਾਸ ਬੇਸ, ਉਹ ਬੀਜੇਪੀ ਦੇ ਨਾਲ, ਉਹਨਾਂ ਦੀ ਜੋ ਵੀ ਉਹਨਾਂ ਦਾ ਜੋ ਉਹਨਾਂ ਨੇ ਕੀਤਾ ਉਸ ਦੇ ਨਾਲ ਖੁਸ਼ ਨਹੀਂ ਹੈ। ਡਾਕਟਰ ਸਾਹਿਬ, ਅੱਜ ਦੀ ਤਰੀਕ ਦੇ ਵਿੱਚ ਜਿਹੜੇ ਮੁੱਦੇ ਨੇ ਪੰਜਾਬ ਦੇ, ਉਹ ਮੁੱਦੇ ਜਿਨ੍ਹਾਂ ਨਾਲ ਪੰਜਾਬ ਦਾ ਵਿਕਾਸ ਹੋ ਸਕਦਾ, ਜੇ ਉਹ ਮੁੱਦਿਆਂ ਦੀ ਗੱਲ ਕੀਤੀ ਜਾਵੇ, ਉਹ ਗਾਇਬ ਨੇ। ਇੱਕ ਦੂਜੇ ਤੇ ਦੁਸ਼ਮਣਬਾਜ਼ੀ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਵੀ ਪੁਲਿਸ ਵਾਲਿਆਂ ਤੇ ਗਲਤ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ। ਇਹ ਕਿਤੇ ਨਾ ਕਿਤੇ ਮਾੜਾ ਪੱਖ ਵੀ ਸਾਹਮਣੇ ਆ ਰਿਹਾ ਸਿਆਸਤ ਦਾ। ਕਿਉਂ ਨਹੀਂ ਡਿਵੈਲਪਮੈਂਟ ਦੀ ਗੱਲ ਹੋ ਰਹੀ? ਕਾਂਗਰਸ ਜਿਹੜੀ ਹੈ ਉਹ ਇਸ ਵੇਲੇ ਟੋਟਲੀ 2 ਧੜਿਆਂ ਵਿੱਚ ਵੰਡੀ ਹੋਈ ਹੈ। ਇੱਕ ਤਾਂ ਹੈਗਾ ਨਵਜੋਤ ਸਿੰਘ ਸਿੱਧੂ ਦਾ ਧੜਾ, ਦੂਸਰਾ ਧੜਾ ਹੈ ਚੰਨੀ ਸਾਹਿਬ ਦਾ, ਤੇ ਦੂਸਰੀ ਜਿਹੜੇ ਆਪਣੇ ਰੰਧਾਵਾ ਸਾਹਿਬ ਆ ਜਾਂ ਹੋਰ ਜਿਹੜੇ ਇਸ ਕਿਸਮ ਦੇ ਲੀਡਰ ਆ। ਤੋ ਇਹ ਗੱਲ ਸ਼ੋਰਲੀ ਨਹੀਂ ਕਹੀ ਜਾ ਸਕਦੀ ਵੀ ਕਾਂਗਰਸ ਉਸ ਦੇ ਵਿੱਚ ਮਤਲਬ ਮੈਜੋਰਟੀ ਪਾਰਟੀ ਮਰਜ ਹੋ ਜਾਏਗੀ ਔਰ ਸਰਕਾਰ ਬਣਾ ਲੇਗੀ ਆਪਣੇ ਬਲਬੂਤੇ ਦੇ ਉੱਤੇ। ਇਹ ਗੱਲ ਨਹੀਂ ਕਹੀ ਜਾ ਸਕਦੀ, ਕਿਉਂਕਿ ਇਸ ਵੇਲੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਫੈਕਟਰ ਹੈ। ਮੈਨੂੰ ਨਹੀਂ ਪਤਾ ਵੀ ਕਿੰਨੀਆਂ ਸੀਟਾਂ ਜਿੱਤਣਗੇ, ਪਰ ਦੈਟ ਇਹ ਵੀ ਹੋ ਸਕਦਾ ਕਿ ਆਪ ਨਾਲ ਸਮਝੌਤਾ ਹੋ ਜਾਏ ਕਿਸਾਨ ਜਥੇਬੰਦੀਆਂ। ਦੇਖੋ ਜੀ, ਕਹਿਣਾ ਬੜਾ ਮੁਸ਼ਕਿਲ ਹੈ, ਕਿਹਦੇ ਨਾਲ ਹੁੰਦਾ, ਕਿਵੇਂ ਹੁੰਦਾ, ਇਹ ਤਾਂ ਜਦੋਂ ਸਾਹਮਣੇ ਆਊਗਾ ਤਾਂ ਹੀ ਪਤਾ ਲੱਗੂ। ਪਰ ਮੈਨੂੰ ਲੱਗਦਾ ਵੀ ਆਮ ਪਾਰਟੀ ਦੇ ਵਿੱਚ ਜਿਹੜਾ ਆਪਣਾ ਹੈਗਾ ਨਾ ਮਾਨ, ਭਗਵੰਤ ਮਾਨ, ਉਸ ਦੀ ਅੰਬੀਸ਼ਨ ਜਿਹੜੀ ਹੈਗੀ ਆ, ਉਹ ਦੈਟ ਕੈਨ ਜਨਰੇਟ ਏ ਵੈਰੀ ਡੇਂਜਰਸ ਸਿਚੁਏਸ਼ਨ ਫॉर ਦੈਟ ਪਾਰਟੀ। ਔਰ ਇਸ ਗੱਲ ਲਈ ਮੈਨੂੰ ਲੱਗਦਾ ਕੇਜਰੀਵਾਲ ਤੇ ਜਿਹੜੇ ਉਹਨਾਂ ਦਾ ਗਰੁੱਪ ਆ ਉਹ ਸੁਚੇਤ ਆ। ਉਹ ਇਸੇ ਕਰਕੇ ਉਹਦਾ ਨਾਂ ਪ੍ਰੋਜੈਕਟ ਨਹੀਂ ਕਰ ਰਹੇ ਬਤੌਰ ਪ੍ਰੋਸਪੈਕਟਿਵ ਚੀਫ ਮਿਨਿਸਟਰ ਆਫ ਪੰਜਾਬ ਔਨ ਬਿਹਾਫ ਆਫ ਆਮ ਪਾਰਟੀ। ਤੋ ਇਹ ਚਿੰਤਾ ਚਾਰੇ ਪਾਸੇ ਇੱਕੋ ਹੀ ਆ, ਚੀਫ ਮਿਨਿਸਟਰ ਦੀ ਕੁਰਸੀ ਦੇ ਉੱਤੇ ਕੌਣ ਬੈਠਦਾ। ਤੋ ਇਸ ਕਰਕੇ ਇਹੀ ਗੱਲ ਜਿਹੜਾ ਹੈਗਾ ਸੁਖਬੀਰ ਬਾਦਲ ਨੂੰ ਵੀ ਚਿੰਤਿਤ ਕਰਦੀ ਹੈ ਵੀ ਮੈਂ ਬੈਠਾ
या बीएसपी वाले बैठन या कोई होर हरिजन बैठे, तो ये सारे पासे रामा रौल आ। ਸੁਖਬੀਰ ਬਾਰੇ ਤਾਂ ਖੈਰ ਕਲੀਅਰ ਆ ਸਾਰਿਆਂ ਨੂੰ, ਉਹਦੀ ਪਤਨੀ ਨੇ ਵੀ ਬਿਆਨ ਦਿੱਤਾ ਕਿ ਸੁਖਬੀਰ ਵਧੀਆ ਕੰਮਕਾਰ ਕਰਨਗੇ ਜੇ ਸੀਐਮ ਬਣ ਗਏ, ਪਰ ਉਹ ਸੁਖਬੀਰ ਹੋਰਾਂ ਨੂੰ ਵੀ ਲੱਗਦਾ ਕਿ ਜਿੱਤਣਾ ਇਸ ਵਾਰੀ ਉਹਨਾਂ ਨੇ ਹੈ ਨਹੀਂ, ਕਿਉਂਕਿ ਬੇਅਦਬੀ ਦੇ ਮੁੱਦੇ ਨੇ, ਨਸ਼ਿਆਂ ਦੇ ਮੁੱਦੇ 'ਚ ਵੀ ਘਿਰ ਗਿਆ ਅਕਾਲੀ ਦਲ, ਕਈ ਮੁੱਦੇ ਹੈਗੇ ਆ, ਪਰ ਹਾਲ ਦੀ ਘੜੀ ਸਾਰਿਆਂ ਦੀਆਂ ਨਿਗਾਹਾਂ ਕਿਸਾਨ ਜਥੇਬੰਦੀਆਂ ਤੇ ਮੈਨੂੰ ਲੱਗਦਾ ਟਿਕੀਆਂ ਹੋਈਆਂ। ਦੇਖੋ ਤੁਸੀਂ ਕਾਫੀ ਹੱਦ ਤੱਕ ਠੀਕ ਗੱਲ ਕਹਿ ਰਹੇ ਹੋ, ਪਰ ਕਿਸਾਨਾਂ ਦੇ ਕੋਲ ਕੋਈ ਇਸ ਕਿਸਮ ਦੀ ਉਹ ਵੋਟ ਬੈਂਕ ਨਹੀਂ ਜਿਹੜਾ ਸੋਲਿਡ ਵੋਟ ਬੈਂਕ ਹੋਵੇ, ਔਰ ਉਹਨਾਂ ਕੋਲ ਕਾਡਰ ਨਹੀਂ ਹੈ। ਜਿਹੜਾ ਕਾਡਰ ਹੁੰਦਾ ਜੀ ਉਹ ਬਹੁਤ ਇੰਪੋਰਟੈਂਟ ਫੈਕਟਰ ਪਲੇ ਕਰਦਾ, ਉਹ ਮੋਬਿਲਾਈਜ਼ ਕਰ ਲੈਂਦਾ, ਪਰ ਕਈ ਵਾਰੀ ਇਸ ਕਿਸਮ ਦੇ ਇਮੋਸ਼ਨਲ ਇਸ਼ੂਜ਼ ਆ ਜਾਂਦੇ ਆ, ਜਿਸ ਤਰ੍ਹਾਂ ਆ ਹੁਣ ਹੋਇਆ ਚੰਡੀਗੜ੍ਹ ਦੇ ਵਿੱਚ, ਔਰ ਇਸੇ ਤਰੀਕੇ ਨਾਲ ਕੇਜਰੀਵਾਲ ਦੇ ਕੋਲ ਕਿਹੜੇ ਕਾਡਰ ਸੀ ਜੋ, ਹਾਂ ਉਹ ਸਾਰਾ ਮਤਲਬ ਮਾਸ ਬੇਸ ਇਸ ਤਰੀਕੇ ਦੇ ਨਾਲ ਮੋਬਿਲਾਈਜ਼ ਹੋ ਗਿਆ ਕਿ ਛੱਡ ਦਿਓ ਇਹਨਾਂ ਨੂੰ, ਬੀਜੇਪੀ ਨੂੰ। ਕਿੱਡੀ ਸਟਰੋਂਗ ਉਸ ਵੇਲੇ ਬੀਜੇਪੀ ਦੀ ਮੂਵਮੈਂਟ ਸੀ, ਜਿਸ ਨੂੰ ਟੌਪਸੀ ਟਵਰੀ ਕਰ ਦਿੱਤਾ ਸੀ ਕੇਜਰੀਵਾਲ ਨੇ। ਤੋ ਇਹੋ ਜੀ ਕੋਈ ਗੱਲ ਹੋ ਸਕਦੀ ਆ ਜਿਹੜੀ ਹਲੇ ਲੋਕਾਂ ਦੀ ਮਤਲਬ ਵਿਚਾਰ ਦੇ ਵਿੱਚ ਨਾ ਹੋਵੇ। ਤੋ ਕਿਸਾਨ ਆ ਵੀ ਸਕਦੇ ਆ, ਕਿਸਾਨ ਰੁਲ ਵੀ ਸਕਦੇ ਆ। ਸ਼ੁਕਰੀਆ। ਸੋ ਇਹ ਸਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਅਚੰਭੇ ਵਾਲਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਅਜੇ ਇਹ ਨਹੀਂ ਪਤਾ ਕਿ ਕਿਸਾਨਾਂ ਨਾਲ ਕਿੰਨੀ ਕੁ ਪਬਲਿਕ ਜੁੜ ਜਾਣੀ ਹੈ, ਜਾਂ ਫਿਰ ਕਿਹੜੀਆਂ ਸਿਆਸੀ ਪਾਰਟੀਆਂ ਦਾ ਅੰਦਰੂਨੀ ਸੰਕਟ ਉਹਨਾਂ ਨੂੰ ਖੁਦ ਨੂੰ ਖਰਾਬ ਕਰ ਦੇਵੇਗਾ। ਸੋ ਸਾਡੀ ਨਿਗਾਹ ਪੰਜਾਬ ਦੀ ਸਿਆਸਤ ਉੱਤੇ ਲਗਾਤਾਰ ਬਣੀ ਰਹੇਗੀ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ गोल्ड मेडलिस्ट। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।